ਕੈਨੇਡਾ ਵਿੱਚ ਪਹੁੰਚੀਆਂ ਫਾਈਜ਼ਰ ਦੀਆਂ ਕੋਵਿਡ-19 ਵੈਕਸੀਨ ਡੋਜ਼ਸ ਹੈਲਥ ਵਰਕਰਸ ਨੂੰ ਮਿਲ ਰਹੀਆਂ ਨੇ ਪਹਿਲ ਦੇ ਆਧਾਰ ਤੇ। ਜਾਣ ਬੁੱਝ ਕੇ ਜਾਂ ਗਲਤੀ ਨਾਲ CERB ਬੈਨੀਫਿਟ ਲੈਣ ਵਾਲੇ ਲੱਖਾਂ ਕੈਨੇਡੀਅਨਸ ਨੂੰ ਬੈਨੀਫਿਟਸ ਵਾਪਸ ਕਰਨ ਦੀਆਂ ਮਿਲੀਆਂ ਚਿੱਠੀਆਂ। ਤੇ ਕੈਨੇਡਾ ਨੇ ਪੇਂਡੂ ਅਤੇ ਉੱਤਰੀ ਕੈਨੇਡਾ ਦੇ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਵਾਸਤੇ ਯੋਗਤਾ ਸ਼ਰਤਾਂ ਵਿੱਚ ਲਿਆਂਦੀ ਨਰਮੀ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮੈਂ ਅਮਨਿੰਦਰ ਗਰੇਵਾਲ। 14 ਦਸੰਬਰ ਨੂੰ ਅਮਰੀਕੀ ਡਰੱਗ ਕੰਪਨੀ ਫਾਈਜ਼ਰ ਅਤੇ ਉਸਦੇ ਜਰਮਨ ਪਾਰਟਨਰ ਬਾਇਓਨਟੈਕ ਵੱਲੋਂ ਤਿਆਰ ਕੋਵਿਡ-19 ਵੈਕਸੀਨ ਦੀ ਪਹਿਲੀ ਖੇਪ ਕੈਨੇਡਾ ਪੁੱਜ ਗਈ ਤੇ ਅਗਲੇ ਹੀ ਦਿਨ ਸਭ ਤੋਂ ਪਹਿਲਾਂ ਟੋਰਾਂਟੋ ਦੇ ਇੱਕ ਨਰਸਿੰਗ ਹੋਮ ਦੇ 5 ਸਟਾਫ ਮੈਂਬਰਸ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ। 1,49,000 ਡੋਜ਼ਸ ਦੀ ਇਹ ਪਹਿਲੀ ਕਿਸ਼ਤ ਦੇਸ਼ ਵਿਚਲੀਆਂ 14 ਵੱਖ-ਵੱਖ ਡਿਸਟ੍ਰੀਬਿਊਸ਼ਨ ਸਾਈਟਸ ਤੇ ਪਹੁੰਚਾ ਦਿੱਤੀ ਗਈ ਹੈ ਤੇ ਹੈਲਥ ਵਰਕਰਸ ਨੂੰ ਪਹਿਲ ਦੇ ਆਧਾਰ ਤੇ ਇਹ ਵੈਕਸੀਨ ਦਿੱਤੀ ਜਾ ਰਹੀ ਹੈ। ਬ੍ਰਿਟਨ ਵਾਂਗ ਕੈਨੇਡਾ ਵਿੱਚ ਕਿਸੇ ਨੂੰ ਵੀ ਇਸ ਵੈਕਸੀਨ ਕਰਕੇ ਇਨਫੈਕਸ਼ਨ ਹੋਣ ਦੀ ਕੋਈ ਖਬਰ ਨਹੀਂ ਆਈ ਹੈ। ਹੈਲਥ ਕੈਨੇਡਾ ਮੋਡਰਨਾ ਵੈਕਸੀਨ ਨੂੰ ਵੀ ਛੇਤੀ ਹੀ ਮਨਜ਼ੂਰੀ ਦੇਣ ਦੀ ਰਾਹ ਤੇ ਹੈ। ਉਧਰ ਅਮਰੀਕੀ ਕੰਪਨੀ ਫਾਈਜ਼ਰ ਵੱਲੋਂ ਤਿਆਰ ਵੈਕਸੀਨ ਕੈਨੇਡਾ ਵਿੱਚ 14 ਦਸੰਬਰ ਨੂੰ ਪਹੁੰਚ ਵੀ ਗਈ ਤੇ ਖੁਦ US ਦੇ ਹੈਲਥ ਡਿਪਾਰਟਮੈਂਟ ਨੇ ਇਸ ਨੂੰ ਮਨਜ਼ੂਰੀ ਹੀ ਨਹੀਂ ਦਿੱਤੀ। ਵੈਕਸੀਨ ਦਾ ਸਾਰਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਬੇਕਰਾਰ ਬੈਠੇ ਡੋਨਲਡ ਟਰੰਪ ਨੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਆਪਣੇ ਇੱਕ ਟਵੀਟ ਵਿੱਚ ਬੁੱਢਾ ਸੁਸਤ ਕਛੂਆ ਕਿਹਾ ਤੇ ਨਾਲ ਹੀ FDA ਮੁਖੀ ਨੂੰ ਨੌਕਰੀਓਂ ਕੱਢ ਦੇਣ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਰਾਤੋਂ ਰਾਤ ਇਸ ਨੂੰ ਮਨਜ਼ੂਰੀ ਮਿਲੀ ਤੇ ਅਗਲੇ ਹੀ ਦਿਨ 100 ਤੋਂ ਵੱਧ ਡਿਸਟ੍ਰੀਬਿਊਸ਼ਨ ਸੈਂਟਰਸ ਵਿੱਚ ਇਸ ਦੀਆਂ ਡੋਜ਼ਸ ਪਹੁੰਚ ਵੀ ਗਈਆਂ। I have really good news. Today our nation has achieved a medical miracle. We have delivered a safe and effective vaccine in just 9 months. This is one of the greatest scientific accomplishments in history. ਇਸ ਸਾਲ ਜਨਵਰੀ ਵਿੱਚ ਈਰਾਨ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਕਾਰਨ ਡਿੱਗੇ ਯੂਕਰੇਨੀਅਨ ਹਵਾਈ ਜਹਾਜ਼ ਵਿੱਚ ਸਵਾਰ ਮਾਰੇ ਗਏ 176 ਵਿਅਕਤੀਆਂ ਦੇ ਪਰਿਵਾਰਾਂ ਵਿੱਚ ਈਰਾਨ ਦੀ ਢਿਠਾਈ ਅਤੇ ਜਾਂਚ ਦੀ ਸੁਸਤ ਚਾਲ ਕਰਕੇ ਰੋਸ ਵਧਦਾ ਜਾ ਰਿਹਾ ਹੈ। ਮਾਰੇ ਗਏ ਬੇਕਸੂਰ 176 ਲੋਕਾਂ ਵਿੱਚੋਂ 55 ਕੈਨੇਡੀਅਨ ਨਾਗਰਿਕ ਸਨ, 30 ਕੈਨੇਡੀਅਨ PR ਸਨ ਅਤੇ ਕਈ ਹੋਰ ਕੈਨੇਡੀਅਨ ਯੂਨੀਵਰਸਿਟੀਆਂ ਦੇ ਵਿਦਿਆਰਥੀ ਸਨ। ਇਸ ਜਾਂਚ ਵਿੱਚ ਕੈਨੇਡੀਅਨ ਸਰਕਾਰ ਦੇ ਸਲਾਹਕਾਰ ਅਤੇ ਸਾਬਕਾ ਲਿਬਰਲ ਕੈਬਨਿਟ ਮਿਨਿਸਟਰ ਰਾਲਫ ਗੁਡੇਲ ਦੀ ਸਲਾਹ ਹੈ ਕਿ ਦੁਖੀ ਪਰਿਵਾਰਾਂ ਨੂੰ ਜਾਂਚ ਸੰਬੰਧੀ ਹਰ ਛੋਟੀ ਤੋਂ ਛੋਟੀ ਜਾਣਕਾਰੀ ਸਮੇਂ ਸਿਰ ਦਿੱਤੀ ਜਾਏ ਤੇ ਇਸ ਵਾਸਤੇ ਇੱਕ ਪਾਸਵਰਡ ਪ੍ਰੋਟੈਕਟਡ ਫੈਮਿਲੀ ਪੋਰਟਲ ਵੀ ਬਣਾਇਆ ਜਾਣਾ ਚਾਹੀਦਾ ਹੈ। ਗੁਡੇਲ ਦਾ ਸੁਝਾਅ ਇਹ ਵੀ ਹੈ ਕਿ ਜਾਂਚ ਨਿਯਮਾਂ ਵਿੱਚ ਤਬਦੀਲੀ ਵੀ ਕੀਤੀ ਜਾਣ ਦੀ ਲੋੜ ਹੈ ਤਾਂ ਜੋ ਜਾਂਚ ਵਿੱਚ ਭਰੋਸੇਯੋਗਤਾ ਵੱਧ ਸਕੇ। US ਵਿੱਚ ਰਾਸ਼ਟਰਪਤੀ ਚੋਣ ਕਰਾਉਣ ਵਾਲੇ ਇਲੈਕਟੋਰਲ ਕਾਲਜ ਨੇ ਜੋ ਬਾਈਡਨ ਨੂੰ ਰਸਮੀ ਤੌਰ ਤੇ ਇਸ ਹਫ਼ਤੇ ਅਮਰੀਕਾ ਦਾ ਨਵਾਂ ਰਾਸ਼ਟਰਪਤੀ ਐਲਾਨ ਹੀ ਦਿੱਤਾ। For Joseph R. Biden of Delaware, a Democrat, ayes 55, noes 0. ਅਜੇ ਤੱਕ ਅਧਿਕਾਰਕ ਨਤੀਜਿਆਂ ਦੀ ਉਡੀਕ ਕਰ ਰਹੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਨਾ ਸਿਰਫ ਬਾਈਡਨ ਨੂੰ ਫੋਨ ਕਰਕੇ ਵਧਾਈ ਦਿੱਤੀ, ਸਗੋਂ ਹੁਣ ਇਹ ਵੀ ਕਹਿ ਦਿੱਤਾ ਹੈ ਕਿ ਨਾ ਤਾਂ ਪਹਿਲਾਂ ਉਹਨਾਂ ਦੇ ਹੈਕਰਸ ਨੇ ਟਰੰਪ ਨੂੰ ਜਿਤਾਉਣ ਵਿੱਚ ਕੋਈ ਭੂਮਿਕਾ ਨਿਭਾਈ ਸੀ ਤੇ ਨਾ ਹੀ ਹੁਣ ਉਹਨਾਂ ਦੇ ਇਸ਼ਾਰੇ ਤੇ ਟਰੰਪ ਹਾਰੇ ਨੇ। ਰੂਸ ਨੂੰ ਤਾਂ ਅਜੇ ਇਸ ਨਾਲ ਕੋਈ ਫਰਕ ਨਹੀਂ ਪੈ ਰਿਹਾ ਕਿ US ਦਾ ਨਵਾਂ ਰਾਸ਼ਟਰਪਤੀ ਕੌਣ ਹੈ, ਪਰ ਕੈਨੇਡਾ ਲਈ ਨਵੀਂ ਚੁਣੌਤੀ ਖੜੀ ਹੋ ਸਕਦੀ ਹੈ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਦਾ ਕਹਿਣਾ ਹੈ ਕਿ ਬੇਸ਼ੱਕ ਇੱਕ ਸੁਹਿਰਦ ਮਿਲਾਪੜੇ ਲੋਕਾਂ ਵਾਲੇ ਮੁਲਕ ਦੀ ਛਵੀ ਤਾਂ ਸਾਡੀ ਬਣੀ ਰਹੇਗੀ, ਜੋ ਇੱਕ ਐਡਵਾਂਟੇਜ ਹੈਗੀ ਹੈ, ਪਰ ਟਰੰਪ ਦੀਆਂ ਅਮਰੀਕਾ ਫਰਸਟ ਵਾਲੀਆਂ ਨੀਤੀਆਂ ਕਰਕੇ US ਆਉਣ ਤੋਂ ਕਤਰਾਉਂਦੇ ਪੇਸ਼ੇਵਰ ਤੇ ਵਿਦਿਆਰਥੀਆਂ ਲਈ ਹੁਣ US ਲੁਭਾਉਣੀ ਥਾਂ ਬਣ ਸਕਦਾ ਹੈ ਤੇ ਗਲੋਬਲ ਟੈਲੈਂਟ ਆਕਰਸ਼ਿਤ ਕਰਨ ਦੇ ਮਾਮਲੇ ਵਿੱਚ US ਕੈਨੇਡਾ ਨੂੰ ਹੁਣ ਮੁਕਾਬਲਾ ਦੇਗਾ। ਕੈਨੇਡਾ ਰੈਵਨਿਊ ਏਜੰਸੀ ਨੇ ਇਸ ਹਫ਼ਤੇ 4 ਲੱਖ ਤੋਂ ਵੱਧ ਦੇਸ਼ ਵਾਸੀਆਂ ਨੂੰ ਐਜੂਕੇਸ਼ਨਲ ਲੈਟਰਸ ਕਹਿ ਕੇ ਨੋਟਿਸ ਭੇਜੇ ਨੇ। ਇਹ ਚਿੱਠੀਆਂ ਉਹਨਾਂ ਨੂੰ ਗਈਆਂ ਨੇ ਜੋ $2,000 ਪ੍ਰਤੀ ਮਹੀਨਾ ਵਾਲੇ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਵਾਸਤੇ ਐਲੀਜੀਬਲ ਤਾਂ ਨਹੀਂ ਸਨ, ਪਰ ਫਿਰ ਵੀ ਉਹਨਾਂ ਨੇ ਇਹ ਰਕਮ ਲੈ ਲਈ। ਇਹ ਰਕਮ ਹੁਣ ਉਹਨਾਂ ਨੇ ਵਾਪਸ ਕਰਨੀ ਹੈ। ਹੱਲੇ ਨਹੀਂ, ਥੋੜੇ ਹਾਲਾਤ ਠੀਕ ਹੋ ਜਾਣ ਉਸ ਤੋਂ ਬਾਅਦ ਪਰ ਇਹ ਪੈਸੇ ਵਾਪਸ ਕਰਨੇ ਪੈਣਗੇ। CRA ਮੁਤਾਬਕ ਮੁੱਖ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ ਹੀ ਇਹ ਸੀ ਕਿ ਅਪਲਾਈ ਕਰਨ ਵਾਲੇ ਨੇ ਪਿਛਲੇ 12 ਮਹੀਨਿਆਂ ਵਿੱਚ ਘੱਟੋ ਘੱਟ $5,000 ਆਮਦਨ ਹਾਸਲ ਕੀਤੀ ਹੋਵੇ। ਜਿਨ੍ਹਾਂ ਨੂੰ ਚਿੱਠੀਆਂ ਗਈਆਂ ਨੇ ਉਹਨਾਂ ਦੀ ਇਸ ਇਨਕਮ ਐਲੀਜੀਬਿਲਿਟੀ ਦਾ ਹੀ ਸਬੂਤ ਨਹੀਂ ਮਿਲ ਪਾ ਰਿਹਾ। ਉਧਰ ਜਿਨ੍ਹਾਂ ਨੇ ਗਲਤੀ ਨਾਲ ਬੈਨੀਫਿਟ ਲੈ ਲਏ ਸਨ ਉਹਨਾਂ ਵਿੱਚੋਂ ਹਜ਼ਾਰਾਂ ਤਾਂ ਪਹਿਲਾਂ ਹੀ ਮੋੜ ਚੁੱਕੇ ਨੇ, ਪਰ ਬਾਕੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਬੇਈਮਾਨੀ ਨਹੀਂ ਕੀਤੀ, ਭੁਲੇਖਾ ਲੱਗ ਗਿਆ ਤੇ CRA ਦੀ ਵੈਬਸਾਈਟ ਤੇ ਨਿਯਮ ਸਪਸ਼ਟ ਨਹੀਂ ਸਨ, ਪਰ CRA ਇਹ ਮੰਨਣ ਨੂੰ ਤਿਆਰ ਨਹੀਂ ਹੈ। I don't want people to be anxious about those letters. I understand that, yes, we need to have a system that goes after people who are deliberately trying to defraud the system. But people who received money that they needed or made good faith mistakes about the application should not worry. ਕੈਨੇਡਾ ਸਰਕਾਰ ਨੇ ਪੇਂਡੂ ਅਤੇ ਉੱਤਰੀ ਕੈਨੇਡਾ ਦੇ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਵਾਸਤੇ ਯੋਗਤਾ ਸ਼ਰਤਾਂ ਜਾਂ ਐਲੀਜੀਬਿਲਿਟੀ ਰਿਕੁਆਇਰਮੈਂਟਸ ਵਿੱਚ ਨਰਮੀ ਕਰਨ ਦਾ ਐਲਾਨ ਕੀਤਾ ਹੈ। ਪੇਸ਼ ਹੈ ਇਸ ਬਾਰੇ ਹੋਰ ਜਾਣਕਾਰੀ ਰੈਡ FM ਕੈਲਗਰੀ ਦੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਤੋਂ। ਜੀ ਰਿਸ਼ੀ ਜੀ, ਕੀ ਜਾਣਕਾਰੀ ਹੈ? ਹਾਂਜੀ ਮਨਿੰਦਰ,
ਕੈਨੇਡਾ ਦੇ ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਮਿਨਿਸਟਰ ਮਾਰਕੋ ਮੈਂਡੀਚੀਨੋ ਨੇ 14 ਦਸੰਬਰ ਨੂੰ ਐਲਾਨ ਕਰਦਿਆਂ ਕਿਹਾ ਸੀ ਕਿ ਪੇਂਡੂ ਤੇ ਉੱਤਰੀ ਕੈਨੇਡਾ ਜਾਂ ਰੂਰਲ ਐਂਡ ਨਾਰਦਰਨ ਕੈਨੇਡਾ ਦੇ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਵਾਸਤੇ ਐਪਲੀਕੇਸ਼ਨਸ ਦੇਣ ਵਾਲਿਆਂ ਨੂੰ ਹੁਣ ਲਗਾਤਾਰਤਾ ਵਿੱਚ ਰਹਿੰਦਿਆਂ ਹੋਇਆਂ ਵਰਕ ਐਕਸਪੀਰੀਅੰਸ ਇਕੱਠਾ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਦੀ ਥਾਂ ਕੈਨੇਡਾ ਹੁਣ ਉਸ ਐਕਸਪੀਰੀਅੰਸ ਨੂੰ ਵੀ ਗਿਣੇਗਾ ਜਿਹੜਾ ਐਪਲੀਕੇਸ਼ਨ ਦੇਣ ਤੋਂ ਪਹਿਲਾਂ ਵਾਲੇ 3 ਸਾਲਾਂ ਵਿੱਚ ਹਾਸਲ ਕੀਤਾ ਗਿਆ ਹੋਵੇਗਾ। ਇਸ ਪ੍ਰੋਗਰਾਮ ਲਈ 1 ਸਾਲ ਦਾ ਵਰਕ ਐਕਸਪੀਰੀਅੰਸ ਅਜੇ ਵੀ ਚਾਹੀਦਾ ਹੋਵੇਗਾ, ਪਰ ਜੇ ਨੌਕਰੀਆਂ ਵਿੱਚ ਰੁਕਾਵਟ ਪਈ ਹੈ ਜਾਂ ਐਮਪਲੋਇਮੈਂਟ ਬ੍ਰੇਕਸ ਹਨ ਤਾਂ ਵੀ ਇਸ ਦਾ ਅਸਰ ਨਹੀਂ ਪਏਗਾ। ਫਿਰ ਇਹਨਾਂ ਐਪਲੀਕੈਂਟਸ ਵਾਸਤੇ ਲਾਗੂ ਹੋਏਗਾ ਜਿਨ੍ਹਾਂ ਨੇ ਪਹਿਲਾਂ ਹੀ ਇਸ ਪਾਇਲਟ ਵਾਸਤੇ ਦਰਖਾਸਤਾਂ ਦਿੱਤੀਆਂ ਹੋਈਆਂ ਨੇ ਤੇ ਜਿਨ੍ਹਾਂ ਨੇ ਅਜੇ ਇਹ ਦਰਖਾਸਤਾਂ ਦੇਣੀਆਂ ਨੇ। ਇੱਕ ਹੋਰ ਗੱਲ ਮਨਿੰਦਰ ਜੀ ਕਿ ਇਮੀਗ੍ਰੇਸ਼ਨ ਮਹਿਕਮੇ ਨੇ NRIP ਭਾਵ ਰੂਰਲ ਐਂਡ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਵਾਸਤੇ ਆਪਣੀਆਂ ਅਰਜ਼ੀਆਂ ਉੱਤੇ PR ਵਾਸਤੇ ਲੈ ਜਾਣ ਵਾਲੇ ਫੈਸਲੇ ਦੀ ਉਡੀਕ ਕਰ ਰਹੇ ਵਿਅਕਤੀਆਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਖੁੱਲ੍ਹ ਵੀ ਦੇ ਦਿੱਤੀ ਹੈ, ਕਿਉਂਕਿ ਉਹਨਾਂ ਦੀਆਂ ਐਪਲੀਕੇਸ਼ਨਸ ਉੱਤੇ ਅਜੇ ਕੋਈ ਆਖਰੀ ਫੈਸਲਾ ਨਹੀਂ ਲਿਆ ਗਿਆ ਹੈ। ਸ਼ੁਕਰੀਆ ਰਿਸ਼ੀ ਜੀ ਇਸ ਸਾਰੀ ਜਾਣਕਾਰੀ ਦੇ ਲਈ। ਧੰਨਵਾਦ ਮਨਿੰਦਰ। ਕੈਨੇਡਾ ਰੈਵਨਿਊ ਏਜੰਸੀ ਨੇ ਅਗਲੇ ਸਾਲ ਦੀ ਟੈਕਸ ਫਾਈਲਿੰਗ ਵਾਸਤੇ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਨੇ। ਉਹ ਲੋਕ ਜਿਨ੍ਹਾਂ ਨੇ ਪੈਂਡੇਮਿਕ ਕਰਕੇ ਇਸ ਸਾਲ ਘੱਟੋ-ਘੱਟ ਲਗਾਤਾਰ 4 ਹਫ਼ਤੇ ਘਰੋਂ ਕੰਮ ਕੀਤਾ ਹੈ, ਯਾਨੀ ਵਰਕ ਫਰਮ ਹੋਮ, ਤੇ ਕੰਮ ਦੇ ਘੰਟਿਆਂ ਦਾ 50% ਤੋਂ ਜ਼ਿਆਦਾ ਸਮਾਂ ਉਹਨਾਂ ਨੇ ਘਰੋਂ ਕੰਮ ਕੀਤਾ, ਉਹ ਹਰ ਇੱਕ ਦਿਨ ਦੇ ਬਦਲੇ $2 ਤੇ ਵੱਧ ਤੋਂ ਵੱਧ $400 ਦੀ ਟੈਕਸ ਡਿਡਕਸ਼ਨ ਕਲੇਮ ਕਰ ਸਕਣਗੇ। ਇਹ ਨਿਯਮ ਫਿਲਹਾਲ ਅਗਲੇ ਸਾਲ ਦੀ ਟੈਕਸ ਫਾਈਲਿੰਗ ਵਾਸਤੇ ਨੇ, ਪਰ ਪੈਂਡੇਮਿਕ ਕਰਕੇ ਹਜ਼ਾਰਾਂ ਕੈਨੇਡੀਅਨਸ ਨੂੰ ਅਗਲੇ ਸਾਲ ਦੇ ਕੁਝ ਮਹੀਨੇ ਵੀ ਸ਼ਾਇਦ ਘਰੋਂ ਕੰਮ ਕਰਨਾ ਪਵੇ, ਪਰ ਉਹਨਾਂ ਮਹੀਨਿਆਂ ਦੀ 2022 ਵਿੱਚ ਹੋਣ ਵਾਲੀ ਟੈਕਸ ਫਾਈਲਿੰਗ ਸੰਬੰਧੀ ਨਿਯਮ ਅਜੇ ਨਹੀਂ ਬਣਾਏ ਗਏ। ਫੈਡਰਲ ਸਰਕਾਰ ਨੇ ਕੈਨੇਡਾ US ਬਾਰਡਰ ਤੇ ਬੇਲੋੜੀ ਆਵਾਜਾਈ ਦੀ ਲੱਗੀ ਪਾਬੰਦੀ ਦੀ ਮਿਆਦ 21 ਜਨਵਰੀ ਤੱਕ ਹੁਣ ਹੋਰ ਵਧਾ ਦਿੱਤੀ ਹੈ। ਕੈਨੇਡੀਅਨਸ ਬਾਏ 에ਅਰ US ਆ ਜਾ ਸਕਦੇ ਨੇ ਤੇ ਉਧਰੋਂ ਆਉਣ ਵਾਲਿਆਂ ਵਾਸਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਧਿਕਾਰੀਆਂ ਨੂੰ ਇਹ ਸਬੂਤ ਦੇਣਾ ਜ਼ਰੂਰੀ ਹੋਏਗਾ ਕਿ ਕੈਨੇਡਾ ਵਿੱਚ ਉਹਨਾਂ ਦਾ ਕੋਈ ਇਮੀਡੀਏਟ ਫੈਮਿਲੀ ਮੈਂਬਰ ਰਹਿੰਦਾ ਹੈ ਜਿਸ ਨੂੰ ਉਹ ਮਿਲਣ ਜਾ ਰਹੇ ਨੇ। ਯਾਤਰੀ ਵਿੱਚ COVID-19 ਦੇ ਕੋਈ ਲੱਛਣ ਵੀ ਨਹੀਂ ਹੋਣੇ ਚਾਹੀਦੇ ਤੇ ਉਸ ਕੋਲ 14 ਦਿਨ ਦਾ ਕੁਆਰੰਟੀਨ ਪਲਾਨ ਵੀ ਹੋਣਾ ਲਾਜ਼ਮੀ ਰਹੇਗਾ। ਕਿਸਾਨ ਮੋਰਚਾ ਦਿੱਲੀ ਦੇ ਬਾਰਡਰ ਤੇ ਜਾਰੀ ਹੈ। ਕਿਸਾਨਾਂ ਨੂੰ ਹਟਾਉਣ ਲਈ ਸੁਪਰੀਮ ਕੋਰਟ ਵਿੱਚ ਪਾਈ ਗਈ ਇੱਕ ਪਟੀਸ਼ਨ ਤੇ ਸੁਣਵਾਈ ਤੇ ਦੂਜੇ ਦਿਨ 17 ਦਸੰਬਰ ਨੂੰ ਚੀਫ ਜਸਟਿਸ SA ਬੋਬੜੇ ਨੇ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ 3 ਖੇਤੀ ਕਾਨੂੰਨਾਂ ਉੱਪਰ ਰੋਕ ਲਾਉਣ ਦਾ ਵਿਚਾਰ ਸ਼ੁਰੂ ਕਰੇ। ਚੀਫ ਜਸਟਿਸ ਨੇ ਸਰਕਾਰ ਨੂੰ ਕਿਹਾ ਕਿ ਉਹ ਕਾਹਲੀ ਨਾ ਕਰੇ, ਪਰ ਨਾਲ ਹੀ ਉਹਨਾਂ ਕਿਸਾਨ ਸੰਗਠਨਾਂ ਨੂੰ ਵੀ ਨੋਟਿਸ ਜਾਰੀ ਕਰਨ ਨੂੰ ਕਹਿ ਦਿੱਤਾ ਹੈ। ਜਸਟਿਸ ਬੋਬੜੇ ਨੇ ਕਿਹਾ ਕਿ ਕਿਸਾਨਾਂ ਕੋਲ ਮੁਜ਼ਾਹਰਾ ਕਰਨ ਦਾ ਹੱਕ ਹੈ। ਸੁਪਰੀਮ ਕੋਰਟ ਨੇ ਇੱਕ ਨਿਰਪੱਖ ਕਮੇਟੀ ਬਣਾ ਕੇ ਮਾਮਲੇ ਨੂੰ ਹੱਲ ਕਰਨ ਦੀ ਸਲਾਹ ਵੀ ਦਿੱਤੀ ਹੈ। ਉਧਰ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 3 ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜ ਦਿੱਤੀਆਂ ਤੇ ਸਰਕਾਰ ਨੂੰ ਅੰਗਰੇਜ਼ਾਂ ਤੋਂ ਵੀ ਭੈੜਾ ਕਿਹਾ। तो आज इन तीनों कानूनों को ये विधानसभा खारिज करती है और केंद्र सरकार से अपील करती है कि किसानों की बात मानते हुए अंग्रेजों से बदतर मत बनो। ਪਾਕਿਸਤਾਨ ਵਿੱਚ ਸਿਆਸੀ ਸੰਕਟ ਗਹਿਰਾਉਂਦਾ ਜਾ ਰਿਹਾ ਹੈ। ਇਮਰਾਨ ਖਾਨ ਸਰਕਾਰ ਖਿਲਾਫ ਇਕਜੁੱਟ ਹੋਈਆਂ ਪਾਰਟੀਆਂ ਦੇ ਸਾਰੇ ਹੀ ਪ੍ਰੋਵਿੰਸ਼ੀਅਲ ਅਤੇ ਨੈਸ਼ਨਲ ਅਸੈਂਬਲੀ ਮੈਂਬਰਾਂ ਨੇ ਪਹਿਲਾਂ ਤਾਂ 31 ਦਸੰਬਰ ਨੂੰ ਆਪੋ ਆਪਣੇ ਪਾਰਟੀ ਮੁਖੀਆਂ ਨੂੰ ਅਸਤੀਫੇ ਸੌਂਪ ਦੇਣ ਦਾ ਐਲਾਨ ਕੀਤਾ ਤੇ ਹੁਣ ਇਮਰਾਨ ਖਾਨ ਸਰਕਾਰ ਨੂੰ ਵੀ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ 31 ਜਨਵਰੀ ਤੱਕ ਸਰਕਾਰ ਆਪਣਾ ਅਸਤੀਫਾ ਦੇ ਦੇਵੇ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਦਾ ਕਹਿਣਾ ਹੈ ਕਿ ਦੇਸ਼ ਵਿੱਚ ਜਮਹੂਰੀ ਰਾਜ ਨਹੀਂ ਹੈ ਤੇ ਉਸ ਨੂੰ ਸਥਾਪਿਤ ਕਰਨ ਵਾਸਤੇ ਉਹ ਸਿੰਧ ਵਿੱਚ ਆਪਣੀ ਸਰਕਾਰ ਦੀ ਕੁਰਬਾਨੀ ਤੱਕ ਦੇਣ ਨੂੰ ਤਿਆਰ ਨੇ। ਇਹ ਸਨ ਇਸ ਹਫ਼ਤੇ ਦੀਆਂ ਕੁਝ ਵੱਡੀਆਂ ਕੌਮੀ ਤੇ ਕੌਮਾਂਤਰੀ ਖਬਰਾਂ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮਨਿੰਦਰ ਨੂੰ ਦਿਓ ਇਜਾਜ਼ਤ।